ਦਸ਼ਰਤ ਮਾਂਝੀ ਜਿਹਨੂੰ ਬਿਹਾਰ ਦਾ ਮਾਊਂਟਨ ਮੈਨ ਕਿਹਾ ਜਾਂਦਾ। ਤਾਂ ਜਦੋਂ ਉਹਨੇ ਪਹਾੜ ਚੀਰਿਆ ਤਾਂ ਉਹਨੇ ਕਿਤੇ ਜਾ ਕੇ ਮੀਟਿੰਗ ਨਹੀਂ ਕਰਵਾਈ, ਕਿਤੇ ਜਾ ਕੇ ਲੋਕਾਂ ਨੂੰ ਸਮਝਾਇਆ ਨਹੀਂ ਵੀ ਆਹ ਪਹਾੜ ਜਿਹੜਾ ਹੈਗਾ ਚੀਰ ਦੇਣਾ। ਜਦੋਂ ਉਹਨੇ ਪਹਾੜ ਚੀਰਨਾ ਸ਼ੁਰੂ ਕੀਤਾ ਕਈ ਸਾਲਾਂ ਬਾਅਦ, ਜੇ ਲੋਕਾਂ ਨੂੰ ਸ਼ੀਸ਼ਾ ਹੋ ਗਿਆ ਵੀ ਆਹ ਕੰਮ ਕਰ ਰਿਹਾ, ਉਹਨੇ ਕੰਮ ਕਰਕੇ ਦਿਖਾਇਆ। ਯੋਗ ਅਗਵਾਈ ਕਰਕੇ ਹੀ ਆ ਕਿ ਅੱਜ ਇਸ ਮੁਲਕ ਦੀ ਤੇ ਪੰਜਾਬ ਦੀ ਸਿਆਸਤ ਨੂੰ ਚੱਕਰੀ ਵਾਂਗੂ ਘੁਮਾ ਕੇ ਰੱਖਦਾ। ਜੇ ਇਹ ਯੋਗ ਅਗਵਾਈ ਨਾ ਹੁੰਦੀ ਤਾਂ ਮੋਦੀ ਸਰਕਾਰ ਜਿਹੜੀ ਹੈਗੀ ਉਹ ਗੱਲਬਾਤ ਕਰਨ ਵਾਸਤੇ ਕਿਉਂ ਮਜਬੂਰ ਹੁੰਦੀ? ਯੋਗ ਅਗਵਾਈ ਨਾ ਹੁੰਦੀ ਤਾਂ ਜਿਹੜੀ ਹੈਗੀ ਆ ਨੌਜਵਾਨ ਕਿਵੇਂ ਆਉਂਦੇ? ਜਿਹੜੇ ਨੌਜਵਾਨ ਆ ਹੁਣ ਅੱਖ 'ਚ ਅੱਖ ਪਾ ਕੇ ਗੱਲ ਕਰਨ, ਆਪਣੇ ਹੱਕਾਂ ਪ੍ਰਤੀ ਜਾਗਰਤ ਹੋਣ ਔਰ ਸਿਰਫ ਅੰਦੋਲਨਕਾਰੀ ਨਾ ਰਹਿਣ। ਅਸੀਂ ਪੰਜਾਬ ਦੀ ਪਹਿਲੀ ਕਿਸਾਨ ਜਥੇਬੰਦੀ ਆ ਜਿਨ੍ਹਾਂ ਨੇ ਯੂਥ ਵਿੰਗ ਬਣਾਇਆ, ਔਰ ਇਹ ਬਿੰਬ ਤੋੜਨ ਵਾਸਤੇ ਕਿ ਕਿਸਾਨ ਜਥੇਬੰਦੀਆਂ ਸਿਰਫ ਬਜ਼ੁਰਗਾਂ ਦੀਆਂ ਨਹੀਂ ਹੁੰਦੀਆਂ, ਨੌਜਵਾਨਾਂ ਦੀਆਂ ਹੁੰਦੀਆਂ ਨੇ। ਸੈਂਟਰ ਗੌਰਮੈਂਟ ਨੇ, ਮੋਦੀ ਸਰਕਾਰ ਨੇ ਕਿਹਾ ਵੀ 2 ਕਰੋੜ ਨੌਕਰੀਆਂ ਦੇਵਾਂਗੇ, ਪੰਜਾਬ 'ਚ ਕੈਪਟਨ ਨੇ ਕਿਹਾ ਘਰ ਨੌਕਰੀ ਦੇਵਾਂਗੇ, ਉਹ ਸਾਰੀਆਂ ਗੱਲਾਂ ਝੂਠ ਨਿਕਲੀਆਂ। ਕਿਸਾਨ ਯੂਨੀਅਨ ਚ ਅੱਗੇ ਦੇਖਦੇ ਹੁੰਦੇ ਸੀਗੇ ਕਿ ਆਖਰ ਬਜ਼ੁਰਗ ਜਾਂਦੇ ਨੇ, ਬਜ਼ੁਰਗ ਕਹਿ ਦਿੱਤਾ ਜਾਂਦਾ ਸੀਗਾ ਵੀ ਬਜ਼ੁਰਗ ਜਾਂ ਤਾਂ ਫਿਰ ਦੁੱਖ ਸੁੱਖ ਤੇ ਜਾਣ ਨੂੰ ਹੈ ਜਾਂ ਫਿਰ ਧਰਨਿਆਂ ਤੇ ਜਾਣ ਨੂੰ, ਪਰ ਇਸ ਵਾਰ ਇਹ ਰਵਾਇਤ ਬਦਲ ਗਈ ਸਾਰੀ। ਨੌਜਵਾਨ ਆ ਗਏ, ਨੌਜਵਾਨਾਂ ਨੇ ਬਜ਼ੁਰਗਾਂ ਦੇ ਨਾਲ ਸਾਥ ਦਿੱਤਾ, ਦਿਮਾਗ ਬਜ਼ੁਰਗ ਦਾ ਚੱਲਦਾ ਹੈ, ਜੋਸ਼ ਹੈ ਜਿਹੜਾ ਜ਼ੋਰ ਹੈ ਉਹ ਨੌਜਵਾਨ ਦਾ ਚੱਲ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜਿਹੜੇ ਸੂਬਾ ਵਾਈਸ ਪ੍ਰਧਾਨ ਨੇ ਸਾਡੇ ਨਾਲ ਨੇਗੇ ਰਜਿੰਦਰ ਸਿੰਘ। ਜਿੰਦੇ ਜੀ ਦੇਖਿਆ ਜਾਵੇ ਇਸ ਵਾਰ ਦੇ ਧਰਨਿਆਂ 'ਚ ਕਾਫੀ ਚੀਜ਼ਾਂ ਬਦਲ ਗਈਆਂ ਨੇ, ਨੌਜਵਾਨ ਵੀ ਉਨਾ ਹੀ ਅੱਗੇ ਆ ਰਿਹਾ ਹੈ, ਬਜ਼ੁਰਗਾਂ ਨੂੰ ਵੀ ਪਿੱਛੇ ਨਹੀਂ ਛੱਡਿਆ, ਉਹਨਾਂ ਦਾ ਸਾਥ ਨਾਲ ਹੈ। ਪਹਿਲੀ ਗੱਲ ਤਾਂ ਇਹ ਜ਼ਰੂਰੀ ਸੀਗਾ ਕਿਉਂਕਿ ਇਸ ਸੰਘਰਸ਼ ਨੇ ਕਰਤਾ, ਪਰ ਰਵਾਇਤ ਚੰਗੀ ਚੱਲ ਪਈ ਹੈ। ਦੇਖੋ ਅਸੀਂ ਇਹਦੇ ਬਾਰੇ 2 ਗੱਲਾਂ ਕਹਿਣੀਆਂ ਚਾਹੁੰਦੇ ਹਾਂ। ਇੱਕ ਤਾਂ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਕਿਸਾਨਾਂ ਦੇ ਬੱਚੇ ਅੰਦੋਲਨ ਦੇ ਵਿੱਚ ਆਏ ਆ, ਉਹਦਾ ਵੱਡਾ ਕਾਰਨ ਇਹ ਆ ਕਿ ਜਿਸ ਤਰ੍ਹਾਂ ਦੀ ਬੇਰੁਜ਼ਗਾਰੀ ਦੁਨੀਆ ਦੇ ਵਿੱਚ ਆਰਥਿਕ ਮੰਦੀ ਕਰਕੇ ਫੈਲੀ ਹੋਈ ਆ, ਪੰਜਾਬ ਦਾ ਜਿਹੜਾ ਨੌਜਵਾਨ ਉਹ ਬਹੁਤ ਬਾਹਰ ਜਾ ਰਿਹਾ ਸੀਗਾ। ਮੰਦੀ ਸੀ, ਇਸ ਕਰਕੇ ਉਹ ਬਾਹਰ ਦੀ ਜਿਹੜੀ ਸੀਗੀ ਉਹਨਾਂ ਦੇ ਜਿਹੜੀ ਫਿਊਚਰ ਦੀਆਂ ਸੰਭਾਵਨਾਵਾਂ ਸੀ ਉਹ ਘਟੀਆਂ। ਉੱਪਰੋਂ ਕਰੋਨਾ ਸੰਕਟ ਆ ਗਿਆ ਜਿਸ ਕਰਕੇ ਉਹ ਰੋਕ ਲੱਗ ਗਈ। ਇੱਕ ਤਾਂ ਉਹ ਸਮੱਸਿਆ ਬਣੀ। ਦੂਸਰਾ, ਜਿਹੜੀਆਂ ਸੈਂਟਰ ਗੌਰਮੈਂਟ ਨੇ, ਮੋਦੀ ਸਰਕਾਰ ਨੇ ਕਿਹਾ ਵੀ 2 ਕਰੋੜ ਨੌਕਰੀਆਂ ਦੇਵਾਂਗੇ, ਪੰਜਾਬ 'ਚ ਕੈਪਟਨ ਨੇ ਕਿਹਾ ਘਰ ਨੌਕਰੀ ਦੇਵਾਂਗੇ, ਉਹ ਸਾਰੀਆਂ ਗੱਲਾਂ ਝੂਠ ਨਿਕਲੀਆਂ। ਤੇ ਹੁਣ ਜਿਹੜੇ ਕਿਸਾਨਾਂ ਦੇ ਬੱਚੇ, ਉਹਨਾਂ ਨੂੰ ਐਂ ਲੱਗਦਾ ਕਿ ਉਹਨਾਂ ਦੀ ਰੋਜੀ ਰੋਟੀ ਦਾ ਅਖੀਰਲਾ ਵਸੀਲਾ ਜ਼ਮੀਨ ਆ, ਜਿਹਨੂੰ ਹੁਣ ਕਾਰਪੋਰੇਟ ਖੋਹਣਾ ਚਾਹੁੰਦੀ ਆ। ਇਸ ਕਰਕੇ ਨਾ ਬਾਹਰ ਦੇ ਰੁਜ਼ਗਾਰ ਦੀਆਂ ਸੰਭਾਵਨਾ ਘਟ ਗਈਆਂ, ਇੱਥੇ ਘਟ ਗਈਆਂ, ਤੇ ਹੁਣ ਜੇ ਜ਼ਮੀਨ ਵੀ ਚਲੀ ਜਾਊਗੀ ਫਿਰ ਬਚਾਂਗੇ ਕੀ, ਅਸੀਂ ਕਰਾਂਗੇ ਕੀ? ਇਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਬੱਚਿਆਂ ਨੇ ਗੱਲ ਸਮਝ ਲਈ ਔਰ ਮੈਦਾਨ ਦੇ ਵਿੱਚ ਜਿਹੜਾ ਸੀਗਾ ਉਹ ਨਿੱਤਰ ਆਏ। ਇਸ ਕਰਕੇ ਅੱਜ ਪੰਜਾਬ ਦੀ ਜਵਾਨੀ ਵੱਡੀ ਗਿਣਤੀ 'ਚ ਕਿਸਾਨ ਸੰਘਰਸ਼ਾਂ ਦੇ ਵਿੱਚ ਦਿਖ ਰਹੀ ਆ। ਸਿਰਫ ਅੰਦੋਲਨਕਾਰੀ ਦੇ ਰੂਪ 'ਚ ਨਹੀਂ, ਅਗਵਾਈ ਵੀ ਜਿਹੜੀ ਹੈਗੀ ਹੈ ਕਰ ਰਹੀ ਆ। ਦੂਸਰਾ, ਅਸੀਂ ਇਸ ਗੱਲ ਨੂੰ ਆਰਗੇਨਾਈਜ਼ ਕਰਨ ਵਾਸਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਅਸੀਂ ਯੂਥ ਵਿੰਗ ਬਣਾਇਆ। ਅਸੀਂ ਪੰਜਾਬ ਦੀ ਪਹਿਲੀ ਕਿਸਾਨ ਜਥੇਬੰਦੀ ਆ ਜਿਨ੍ਹਾਂ ਨੇ ਯੂਥ ਵਿੰਗ ਬਣਾਇਆ, ਔਰ ਇਹ ਬਿੰਬ ਤੋੜਨ ਵਾਸਤੇ ਕਿ ਕਿਸਾਨ ਜਥੇਬੰਦੀਆਂ ਸਿਰਫ ਬਜ਼ੁਰਗਾਂ ਦੀਆਂ ਨਹੀਂ ਹੁੰਦੀਆਂ, ਨੌਜਵਾਨਾਂ ਦੀਆਂ ਹੁੰਦੀਆਂ ਨੇ। ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਯੂਥ ਵਿੰਗ ਬਣਾਉਂਦੀਆਂ ਨੇ, ਕਾਹਦੇ ਵਾਸਤੇ? ਨੌਜਵਾਨਾਂ ਰਾਹੀਂ ਨਸ਼ੇ ਪਕਾਉਣ ਵਾਸਤੇ, ਉਹ ਵਿਰੋਧੀ ਪਾਰਟੀਆਂ ਦੇ ਸਿਰ ਪੜਵਾਉਣ ਵਾਸਤੇ, ਬੂਥ ਕੈਪਚਰਿੰਗ ਕਰਵਾਉਣ ਵਾਸਤੇ। ਪਰ ਅਸੀਂ ਉਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਯੂਥ ਵਿੰਗ ਬਣਾਇਆ ਕਿ ਪੰਜਾਬ ਦੀ ਜਿਹੜੀ ਕਿਸਾਨੀ ਦੇ ਨਾਲ ਜਵਾਨੀ ਖੜੇ, ਕਿਸਾਨੀ ਸੰਗ ਜਵਾਨੀ ਦਾ ਅਸੀਂ ਨਾਅਰਾ ਦਿੱਤਾ, ਤਾਂ ਕਿ ਜਦੋਂ ਨੌਜਵਾਨ ਤੇ ਬਜ਼ੁਰਗ ਮੋਢੇ ਨਾਲ ਮੋਢਾ ਜੋੜ ਕੇ ਤੁਰਨਗੇ ਤਾਂ ਇਹਨਾਂ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਨੇ ਬਰਬਾਦ ਕਰਤਾ ਲਗਾਤਾਰ ਸਾਡੇ ਪੰਜਾਬ ਨੂੰ, ਸਾਡੇ ਦੇਸ਼ ਨੂੰ, ਉਹਨਾਂ ਦੇ ਖਿਲਾਫ ਜਿਹੜੇ ਨੌਜਵਾਨ ਆ ਹੁਣ ਅੱਖ 'ਚ ਅੱਖ ਪਾ ਕੇ ਗੱਲ ਕਰਨ, ਆਪਣੇ ਹੱਕਾਂ ਪ੍ਰਤੀ ਜਾਗਰਤ ਹੋਣ ਔਰ ਸਿਰਫ ਅੰਦੋਲਨਕਾਰੀ ਨਾ ਰਹਿਣ, ਅਗਵਾਈ ਕਰਨ। ਔਰ ਤੁਸੀਂ ਕੱਲ ਵੀ ਦੇਖਿਆ ਸੰਗਰੂਰ ਦੇ ਵਿੱਚ ਸਾਡੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਲੌਂਗੋਵਾਲ, ਭਾਜਪਾ ਦੇ ਲੀਡਰ ਕਰ ਰਹੇ ਸੀ, ਹੈਗਾ ਉਹ ਪੰਜਾਬ ਦੇ ਵਿੱਚ ਵਧੀਆ ਕੰਮ ਕਰ ਰਿਹਾ। ਨੌਜਵਾਨ ਜਿਹੜੇ ਹੈਗੇ ਆ ਉਹ ਜੁੜ ਰਹੇ ਹੈਗੇ ਆ। ਇਸ ਕਰਕੇ ਅਸੀਂ ਇਹ ਬਿੰਬ ਹੁਣ ਤੋੜਾਂਗੇ ਕਿ ਕਿਸਾਨ ਜਥੇਬੰਦੀਆਂ ਸਿਰਫ ਬਜ਼ੁਰਗਾਂ ਦੀਆਂ ਹੁੰਦੀਆਂ ਨੇ। ਬਜ਼ੁਰਗ ਸਾਡੇ, ਉਹਨਾਂ ਦੇ ਆਸ਼ੀਰਵਾਦ ਦੀ ਜ਼ਰੂਰਤ ਆ, ਉਹਨਾਂ ਦੇ ਸਾਥ ਦੀ ਵੀ ਜ਼ਰੂਰਤ ਆ, ਉਹਨਾਂ ਦੇ ਤਜਰਬੇ ਦੀ ਵੀ ਜ਼ਰੂਰਤ ਆ, ਪਰ ਨੌਜਵਾਨਾਂ ਦਾ ਉਹਨਾਂ ਦੇ ਨਾਲ ਆਉਣਾ ਜਿਹੜਾ ਹੈਗਾ ਉਹ ਜ਼ਰੂਰੀ ਆ। ਇਹ ਹੁਣ ਪੰਜਾਬ ਇੱਕ ਨਵੀਂ ਲੀਹ ਵਾਲੇ ਪਾਸੇ ਤੁਰ ਪਿਆ, ਨੌਜਵਾਨ ਹੁਣ ਪੱਕੇ ਤੌਰ ਤੇ ਆਇਆ ਕਰਨਗੇ। ਆਮ ਤੌਰ ਤੇ ਅਫਸਰ ਜਦੋਂ ਕੋਈ ਸਕੀਮਾਂ ਬਣਾਉਂਦੇ ਨੇ, ਕਿਉਂਕਿ ਬਾਅਦ 'ਚ ਜਦੋਂ ਲੀਡਰ ਸਾਂਭ ਲੈਂਦੇ ਨੇ, ਚਾਹੇ ਕਾਨੂੰਨ ਬਣਨ, ਕਿਉਂਕਿ ਐਮਪੀਆਂ ਕੋਲ ਜਾਂਦੇ ਨੇਗੇ ਅੱਗੇ, ਚਾਹੇ ਵਿਧਾਇਕਾਂ ਕੋਲ ਜਾਂਦੇ ਨੇਗੇ, ਜਦੋਂ ਕੋਈ ਚੀਜ਼ਾਂ ਬਣਦੀਆਂ ਨੇ, ਅਫਸਰ ਆਮ ਤੌਰ ਤੇ ਦੇਖਦੇ ਆਂਗੇ ਕਿ ਸਲਾਹਾਂ ਅਫਸਰਾਂ ਦੀਆਂ ਹੁੰਦੀਆਂ ਨੇ। ਪਹਿਲਾਂ ਹੁੰਦਾ ਸੀਗਾ ਕਿ ਅਫਸਰਾਂ ਨੂੰ ਪਤਾ ਨਹੀਂ ਹੁੰਦਾ ਕਿ ਜ਼ਮੀਨੀ ਹਕੀਕਤ ਕੀ ਹੈ। ਇਸ ਵਾਰ ਵੀ ਅਫਸਰ ਆਏ, ਕੱਲ ਆਈਐਸ ਅਫਸਰ ਸਮਝਾ ਰਿਹਾ ਸੀਗਾ ਉੱਥੇ, ਤੇ ਨਹੀਂ ਸਮਝਣ ਦਾ ਮਤਲਬ ਇਹ ਕਿ ਆਖਰਕਾਰ ਜਾਗਰੂਕ ਹੋ ਗਿਆ, ਹੁਣ ਸਮਝ ਰੱਖਦਾ ਹੈ। ਇੱਕ ਆਮ ਬੰਦਾ ਵੀ, ਆਮ ਕਿਸਾਨ ਵੀ ਇਹ ਸਮਝ ਰੱਖਦਾ ਹੈ ਕਿ ਮੈਨੇ ਜੇ ਅੱਗੇ ਅਫਸਰ ਨਾਲ ਗੱਲ ਕਰਨੀ ਪੈਗੀ ਤਾਂ ਮੈਨੂੰ ਪਹਿਲਾਂ ਕਿਵੇਂ ਤਿਆਰ ਹੋਣਾ ਪਊ। ਦੇਖੋ, ਇੱਕ ਤਾਂ ਜਿਹੜਾ ਸੈਂਟਰ ਗੌਰਮੈਂਟ ਦਾ ਇੱਕ ਇਹ ਬਣਾਇਆ ਹੋਇਆ, ਬਿੰਬ ਬਣਾਇਆ ਹੋਇਆ ਕਿ ਸ਼ਾਇਦ ਕਿਸਾਨ ਜਥੇਬੰਦੀਆਂ ਦੇ ਲੋਕ ਪੜ੍ਹੇ ਲਿਖੇ ਨਹੀਂ ਗਏ, ਸਮਝ ਨਹੀਂ ਗਏ। ਮੈਂ ਪੰਜਾਬੀ ਯੂਨੀਵਰਸਿਟੀ ਤੋਂ ਲਾ ਗ੍ਰੈਜੂਏਟ ਹਾਂ, ਠੀਕ ਆ, ਔਰ ਅਸੀਂ ਪਹਿਲਾਂ ਸਟੂਡੈਂਟ ਯੂਨੀਅਨ 'ਚ ਕੰਮ ਕਰਦੇ ਰਹੇ, ਹੁਣ ਅਸੀਂ ਕਿਸਾਨ ਯੂਨੀਅਨ ਦੇ ਵਿੱਚ ਆਏ ਹੈਗੇ ਆ।
ਸਿਰਫ ਆਪਣੀ ਗੱਲ ਨਹੀਂ, ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ, ਉਹਨਾਂ ਦੇ ਲੀਡਰ ਜਿਹੜੇ ਹੈਗੇ ਆ ਉਹ ਪੜ੍ਹੇ ਲਿਖੇ ਨੇ, ਸਿਆਣੇ ਨੇ, ਭਾਵੇਂ ਉਹਨਾਂ ਕੋਲ ਅਕੈਡਮਿਕ ਕੁਆਲੀਫਿਕੇਸ਼ਨ ਕਿਸੇ ਕੋਲ ਘੱਟ ਵੀ ਹੋਊਗੀ, ਪਰ ਉਹਨਾਂ ਨੂੰ ਐਗਰੀਕਲਚਰ ਬਾਰੇ ਜਿਹੜੀ ਹੈਗੀ ਆ ਸਾਰੀ ਸਮਝ ਆ, ਪਾਲਿਸੀਜ਼ ਦੀ ਜਿਹੜੀ ਹੈਗੀ ਆ ਉਹ ਸਾਰੀ ਸਮਝ ਆ। ਇਸ ਗੱਲ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ 4 ਜੂਨ ਨੂੰ ਜਦੋਂ ਆਰਡੀਨੈਂਸਸ ਆਏ, ਪੰਜਾਬ ਦੀ ਕਿਸੇ ਸਿਆਸੀ ਪਾਰਟੀ ਨੇ ਵਿਰੋਧ ਨਹੀਂ ਕੀਤਾ, ਸਿਰਫ ਕਿਸਾਨ ਜਥੇਬੰਦੀਆਂ ਨੇ ਸਭ ਤੋਂ ਪਹਿਲਾਂ ਆਰਡੀਨੈਂਸ ਪੜ੍ਹੇ, ਉਹਨਾਂ ਦਾ ਵਿਰੋਧ ਕੀਤਾ, ਕਦੇ ਟਰੈਕਟਰ ਮਾਰਚ, ਕਦੇ ਮੋਟਰਸਾਈਕਲ ਮਾਰਚ ਔਰ ਕਦੇ ਪੱਕੇ ਧਰਨੇ, ਔਰ ਇਹ ਸਾਰੀਆਂ ਗੱਲਾਂ ਨੂੰ ਸਮਝਿਆ। ਔਰ ਉਸ ਤੋਂ ਬਾਅਦ ਸਿਆਸੀ ਪਾਰਟੀਆਂ ਦੀ ਮਜਬੂਰੀ ਬਣ ਗਈ ਕਿ ਇੱਕ ਤੋਂ ਇੱਕ ਬਾਅਦ ਉਹ ਕਿਸਾਨ ਅੰਦੋਲਨ ਦੇ ਪਿੱਛੇ ਆਉਣ ਲਈ ਮਜਬੂਰ ਹੋ ਰਹੇ ਆ। ਅੱਜ ਉਹਨਾਂ 'ਚ ਮੁਕਾਬਲਾ ਬਣਿਆ ਹੋਇਆ ਕਿ ਅਸੀਂ ਜਿਹੜੇ ਹੈਗੇ ਕਿਸਾਨ ਹਿਤੈਸ਼ੀ ਆ। ਅੱਜ ਜਿਹੜੀ ਹੈਗੀ ਆ ਕਿਸਾਨ ਜਥੇਬੰਦੀਆਂ ਦੀ ਜਿਹੜੀ ਯੋਗ ਅਗਵਾਈ ਕਰਕੇ ਹੀ ਆ ਕਿ ਅੱਜ ਇਸ ਮੁਲਕ ਦੀ ਤੇ ਪੰਜਾਬ ਦੀ ਸਿਆਸਤ ਨੂੰ ਚੱਕਰੀ ਵਾਂਗੂ ਘੁਮਾ ਕੇ ਰੱਖਤਾ। ਜੇ ਇਹ ਯੋਗ ਅਗਵਾਈ ਨਾ ਹੁੰਦੀ ਤਾਂ ਮੋਦੀ ਸਰਕਾਰ ਜਿਹੜੀ ਹੈਗੀ ਉਹ ਗੱਲਬਾਤ ਕਰਨ ਵਾਸਤੇ ਕਿਉਂ ਮਜਬੂਰ ਹੁੰਦੀ? ਯੋਗ ਅਗਵਾਈ ਨਾ ਹੁੰਦੀ ਤਾਂ ਜਿਹੜੀ ਹੈਗੀ ਆ ਨੌਜਵਾਨ ਕਿਵੇਂ ਆਉਂਦੇ? ਇਹ ਕਿਸਾਨ ਜਥੇਬੰਦੀਆਂ ਦੀ ਪੜ੍ਹੇ ਲਿਖੇ ਹੋਣ ਦੀ ਸੂਝ ਹੋਣ ਕਰਕੇ, ਯੋਗ ਅਗਵਾਈ ਕਰਕੇ ਹੋ ਰਿਹਾ। ਇਸ ਕਰਕੇ ਜਿਹੜੀ ਇਹ ਗੱਲਾਂ ਕਹਿੰਦੇ ਵੀ ਇਹ ਜੱਟ ਬੂਟ ਲੋਕ ਇਹਨਾਂ ਨੂੰ ਕੀ ਸਮਝ ਹੈਗੇ ਆ, ਉਹ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ। ਜਿਹੜੇ ਹਿਸਾਬ ਦੇ ਨਾਲ ਜੇ ਕਹੇ ਇੱਕ ਪੂਰਾ ਸਿਸਟਮ ਚੱਲਦਾ ਤਾਂ ਉਹਦੇ ਵਿੱਚ ਹੁੰਦਾ ਇਹ ਹੈ ਕਿ ਕਾਨੂੰਨ ਬਣ ਜਾਂਦੇ ਨੇ, ਕਿ ਕਾਨੂੰਨ ਬਣ ਕੇ ਬਹੁਤ ਸਮੇਂ ਬਾਅਦ ਪਤਾ ਲੱਗਦਾ, ਕਈਆਂ ਦੇ ਜਦੋਂ ਦਿਲ ਤੇ ਆ ਜਾਂਦੀ ਹੈ ਜਾਂ ਕਈਆਂ ਸਿਰ ਤੇ ਆ ਜਾਂਦੀ ਹੈ। ਇਸ ਵਾਰੀ ਸਮਝਦੇ ਹੋ ਕਿ ਪਹਿਲਾਂ ਇੰਨੀ ਸੂਝ-ਬੂਝ ਜਿਹੜੇ ਹਿਸਾਬ ਦੇ ਨਾਲ ਜੁਟਾ ਲਈ, ਅੱਗੇ ਨੂੰ ਸਰਕਾਰਾਂ ਇਕੱਲੇ ਇਹ ਕਾਨੂੰਨ ਦੀ ਗੱਲ ਨਹੀਂ, ਅੱਗੇ ਹੋਰ ਵੀ ਹੋ ਸਕਦੇ ਨੇ, ਸਮਝਣਗੀਆਂ ਕਿ ਆਖਰ ਪਹਿਲਾਂ ਦੇਖ ਲਓ ਟੋਕੇ, ਕਿਤੇ ਕੱਲ੍ਹ ਨੂੰ ਹੋਰ ਪੁਰਾਣਾ ਕਲੇਸ਼ ਵਾਂਗੂ ਅੱਗੇ ਕਲੇਸ਼ ਨਾ ਚੜ੍ਹ ਜੇ। ਦੇਖੋ, ਜਿੱਥੋਂ ਤੱਕ ਇਹ ਕਾਨੂੰਨ ਦਾ ਮਾਮਲਾ ਹੈਗਾ ਤਾਂ ਇਹ ਕਾਨੂੰਨ ਤਾਂ ਅਸੀਂ 20 ਤਰੀਕ ਨੂੰ ਇਹ ਦੇਖਾਂਗੇ। 19 ਤਰੀਕ ਨੂੰ 20 ਦੀ ਮੀਟਿੰਗ ਇਸੇ ਕਰਕੇ ਰੱਖੀ ਹੈ ਕਿ 19 ਤਰੀਕ ਨੂੰ ਸਰਕਾਰ ਲਿਆ ਰਹੀ ਆ, 20 ਤਰੀਕ ਨੂੰ ਅਸੀਂ ਦੇਖਾਂਗੇ। ਜਿੱਥੋਂ ਤੱਕ ਲੋਕਾਂ ਦੀ ਚੇਤਨਾ ਦੀ ਗੱਲ ਹੈਗੀ ਆ, ਇਹਦੇ 'ਚ ਦੋ ਗੱਲਾਂ ਨੇ ਕਿ ਜਿਹੜੇ ਲੋਕਾਂ ਨੂੰ ਆਰਗੇਨਾਈਜ਼ ਕਰਦੇ ਆ, ਅਗਵਾਈ ਕਰਦੇ ਆ, ਜਾਂ ਕੁਝ ਸਮਾਜ ਦਾ ਚੇਤਨ ਤਬਕਾ ਹੈਗਾ, ਉਹ ਚੀਜ਼ਾਂ ਨੂੰ ਪੜ੍ਹ ਕੇ ਸਮਝ ਕੇ ਵਿਚਾਰ ਵਟਾਂਦਰੇ ਰਾਹੀਂ ਸਮਝਦਾ। ਜਿਹੜੀਆਂ ਸਮਾਜ ਦੇ ਵਿੱਚ ਜਮਾਤਾਂ ਨੇ ਉਹ ਤਜਰਬੇ ਰਾਹੀਂ ਸਮਝਦੀਆਂ ਨੇ, ਉਹ ਹਰ ਗੱਲ ਪੜ੍ਹ ਕੇ ਉਹ ਤਜਰਬੇ 'ਚੋਂ ਸਿੱਖਦੀਆਂ ਨੇ। ਔਰ ਤੁਸੀਂ ਇਹ ਦੇਖੋ ਕਿ 1991 'ਚ ਜਦੋਂ ਨਿੱਜੀਕਰਨ ਦੀ ਨੀਤੀ ਆਈ, ਜਦੋਂ ਇਹ ਹੋ ਗਿਆ ਕਿ ਜਲ, ਜੰਗਲ, ਜ਼ਮੀਨ, ਦੇਸ਼ ਦੇ ਸਰਕਾਰੀ ਅਦਾਰੇ ਸਾਰੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੇਣੇ ਆ, ਅੱਜ ਕੀ ਆ ਕਿ ਸਿਰਫ ਸਰਕਾਰੀ ਆ, ਬਾਕੀ ਸਭ ਕੁਝ ਪ੍ਰਾਈਵੇਟ ਆ। ਤਾਂ ਇਸ ਗੱਲ ਨੂੰ ਸਮਝਾਇਆ ਸਾਡੀਆਂ ਜਥੇਬੰਦੀਆਂ ਨੇ, ਸਾਡੇ ਸੀਨੀਅਰ ਆਗੂ ਨੂੰ 1991 ਤੋਂ, ਕਿ ਜਿਹੜੀ ਇਹ ਨਿੱਜੀਕਰਨ ਦੀ ਨੀਤੀ ਆ, ਜਦੋਂ ਸਰਕਾਰੀ ਸਕੂਲ ਨਹੀਂ ਰਹੇ, ਕਾਲਜ ਨਹੀਂ ਰਹੇ, ਹਸਪਤਾਲ ਨਹੀਂ ਰਹੇ, ਸਰਕਾਰੀ ਖਰੀਦ ਵੀ ਨਹੀਂ ਰਹਿਣੀ ਅਨਾਜ ਦੀ, ਕਿਉਂਕਿ ਪਾਲਿਸੀ ਨੂੰ ਸਮਝ ਚੁੱਕੇ ਸੀ। ਇਹ ਗੱਲ ਅਸੀਂ ਸਾਲਾਂ ਬੱਧੀ ਪਿੰਡਾਂ 'ਚ ਬੋਲੀ, ਉਹ ਗੱਲ ਲੋਕ ਸੁਣਦੇ ਰਹੇ। ਪਰ ਅੱਜ ਜਦੋਂ ਇਹ ਹੋ ਗਿਆ ਕਿ ਤੁਸੀਂ ਕਹਿੰਦੇ ਸੀ ਵੀ ਸਰਕਾਰੀ ਖਰੀਦ ਬੰਦ ਹੋ ਜਾਣੀ ਹੈ, ਤੁਸੀਂ ਕਹਿੰਦੇ ਸੀ ਵੀ ਕੰਪਨੀਆਂ ਨੇ ਜ਼ਮੀਨਾਂ ਲੈ ਲੈਣੀਆਂ, ਅੱਜ ਉਹਨਾਂ ਦੇ ਸਾਹਮਣੇ ਗੱਲ ਪ੍ਰਤੱਖ ਹੋ ਗਈ। ਜਿਹਨੂੰ ਕਹਿੰਦੇ ਹੱਥ ਕੰਗਣ ਨੂੰ ਆਰ ਸੀਗੀ ਤੇ ਪੜ੍ਹੇ ਲਿਖੇ ਨੂੰ ਫਾਰ ਸੀਗੀ, ਲੋਕਾਂ ਨੂੰ ਬਿਲਕੁਲ ਸ਼ੀਸ਼ਾ ਹੋ ਗਿਆ। ਇਸ ਕਰਕੇ ਉਹਨਾਂ ਨੇ ਆਪਣੇ ਤਜਰਬੇ 'ਚੋਂ ਸਿੱਖ ਲਿਆ। ਇਸ ਕਰਕੇ ਉਹਨਾਂ ਨੂੰ ਇਕੱਲੇ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ, ਉਹਨਾਂ ਨੇ ਤਜਰਬੇ 'ਚੋਂ ਸਿੱਖ ਲਿਆ ਕਿ ਜਿਹੜੀ ਗੱਲ ਕਹਿੰਦੇ ਸੀ ਉਹ ਠੀਕ ਨਿਕਲੀ। ਇਸ ਕਰਕੇ ਉਹ ਜਿਹੜੇ ਸੜਕਾਂ 'ਤੇ ਆ ਨਿੱਤਰੇ ਹੋਏ ਆ। ਔਰ ਇਹ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਥਾਵਾਂ 'ਤੇ ਲੋਕਾਂ ਦੀ ਚੇਤਨਾ ਕਰਕੇ ਆ ਕਿ ਲੋਕਾਂ ਨੂੰ ਲੱਗਦਾ ਕਾਰਪੋਰੇਟ ਜਿਹੜਾ ਸਾਡਾ ਸਾਰਾ ਕੁਝ ਲੁੱਟ ਰਿਹਾ, ਪ੍ਰਾਈਵੇਟ ਸੈਕਟਰ ਸਾਰੀਆਂ ਚੀਜ਼ਾਂ 'ਤੇ ਕਬਜ਼ਾ ਕਰ ਰਿਹਾ। ਬਹੁਤ ਸਾਰੀਆਂ ਥਾਵਾਂ 'ਤੇ ਲੋਕਾਂ ਨੇ ਆਪ ਮੁਹਾਰੇ ਟੋਲ ਪਲਾਜ਼ੇ ਖੋਲ੍ਹਤੇ, ਬਹੁਤ ਸਾਰੀਆਂ ਥਾਵਾਂ 'ਤੇ ਆਪ ਰਿਲਾਇੰਸ ਦੇ ਪੈਟਰੋਲ ਪੰਪ ਜਿਹੜੇ ਸੀ ਬੰਦ ਕਰਤੇ, ਬਹੁਤ ਸਾਰੀਆਂ ਥਾਵਾਂ 'ਤੇ ਆਪ ਮੁਹਾਰੇ ਸ਼ਾਪਿੰਗ ਮਾਲ ਜਿਹੜੇ ਹੈਗੇ ਆ ਬੰਦ ਕਰਵਾਤੇ, ਭਾਵੇਂ ਕਿ ਕਿਸਾਨ ਜਥੇਬੰਦੀਆਂ ਦਾ ਸੱਦਾ ਸੀ। ਪਰ ਇਹਦਾ ਮਤਲਬ ਜਿੱਥੇ ਜਿੱਥੇ ਕਿਸਾਨ ਜਥੇਬੰਦੀਆਂ ਨੇ ਜਾ ਕੇ ਮੀਟਿੰਗ ਵੀ ਨਹੀਂ ਕਰਵਾਈ, ਉੱਥੇ ਵੀ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਪ੍ਰੋਟੈਸਟ ਕੀਤਾ। ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ। ਦਸ਼ਰਤ ਮਾਂਝੀ ਜਿਹਨੂੰ ਬਿਹਾਰ ਦਾ ਮਾਊਂਟਨ ਮੈਨ ਕਿਹਾ ਜਾਂਦਾ, ਤਾਂ ਜਦੋਂ ਉਹਨੇ ਪਹਾੜ ਚੀਰਿਆ ਤਾਂ ਉਹਨੇ ਕਿਤੇ ਜਾ ਕੇ ਮੀਟਿੰਗ ਨਹੀਂ ਕਰਵਾਈ, ਕਿਤੇ ਜਾ ਕੇ ਲੋਕਾਂ ਨੂੰ ਸਮਝਾਇਆ ਨਹੀਂ ਵੀ ਆਹ ਪਹਾੜ ਜਿਹੜਾ ਹੈਗਾ ਚੀਰ ਦੇਣਾ। ਜਦੋਂ ਉਹਨੇ ਪਹਾੜ ਚੀਰਨਾ ਸ਼ੁਰੂ ਕੀਤਾ ਕਈ ਸਾਲਾਂ ਬਾਅਦ, ਜੀ ਲੋਕਾਂ ਨੂੰ ਸ਼ੀਸ਼ਾ ਹੋ ਗਿਆ ਵੀ ਆਹ ਕੰਮ ਕਰ ਰਿਹਾ, ਉਹਨੇ ਕੰਮ ਕਰਕੇ ਦਿਖਾਇਆ ਔਰ ਸਾਰੇ ਲੋਕ ਆ ਕੇ ਨਾਲ ਲੱਗੇ ਔਰ 22 ਸਾਲਾਂ 'ਚ ਨੇ ਪਹਾੜ ਚੀਰ ਕੇ ਜਿਹੜਾ ਸੀਗਾ ਉਹ ਰਾਹ ਕੱਢਤਾ। ਇਸ ਕਰਕੇ ਕਿਸਾਨ ਜਥੇਬੰਦੀਆਂ ਨੇ ਕਰਕੇ ਦਿਖਾਇਆ, ਲਗਾਤਾਰ ਪ੍ਰੋਪੇਗੰਡਾ ਕਰਕੇ ਦਿਖਾਇਆ, ਸੰਘਰਸ਼ ਜਿਹੜੇ ਸੀ ਲੜ ਕੇ ਦਿਖਾਏ। ਔਰ ਅੱਜ ਲੋਕਾਂ ਨੂੰ ਜਦੋਂ ਚਾਨਣ ਹੋ ਗਿਆ, ਲੋਕ ਜਿਹੜੇ ਆ ਚੱਲ ਪਏ ਆ। ਤੇ ਹੁਣ ਇਹ ਬਿਨਾਂ ਕਿਸੇ ਪ੍ਰਾਪਤੀ ਤੋਂ ਘਰੇ ਨਹੀਂ ਮੁੜਨਗੇ, ਇਹ ਕੁਛ ਨਾ ਕੁਛ ਅੰਦੋਲਨ 'ਚੋਂ ਲੈ ਕੇ ਹੀ ਵਾਪਸ ਜਾਣਗੇ। ਬਿਲਕੁਲ ਇਹੀ ਉਮੀਦ ਕਿ ਆਖਰਕਾਰ, ਕਿਉਂਕਿ ਪੰਜਾਬ ਦੀ ਕਿਸਾਨੀ ਪੰਜਾਬ ਨੂੰ ਬਚਾਉਣ ਦਾ ਇੱਕ ਉਹ ਸਾਧਨ ਹੈ ਕਿ ਆਖਰਕਾਰ ਜਦੋਂ ਕਹਿ ਦਿੰਦੇ ਹੁੰਦੇ ਨੇ ਨਾ ਵੀ ਸਭ ਕੁਝ ਉੱਜੜ ਗਿਆ ਤੇ ਫਿਰ ਜ਼ਮੀਨ ਰਹਿ ਜਾਂਦੀ ਹੈ, ਜ਼ਮੀਨ ਫਿਰ ਬੰਦੇ ਨੂੰ ਉੱਥੇ ਚੱਕ ਕੇ ਲੈ ਜਾਂਦੀ ਹੈ ਜਿੱਥੋਂ ਬੰਦਾ ਕਿਤੇ ਨੀਚੇ ਗਿਰਿਆ ਹੁੰਦਾ। ਤਾਂ ਨੌਜਵਾਨ ਆਖਰਕਾਰ ਅੱਜ ਜਾਗ ਗਿਆ ਤੇ ਨੌਜਵਾਨ ਇਹ ਗੱਲ ਸਮਝਦਾ ਵੀ ਹੈ ਕਿ ਜੇਕਰ ਜ਼ਮੀਨਾਂ ਬਚਣਗੀਆਂ, ਮੋਟੀ ਜਿਹੀ ਗੱਲ ਉੱਥੋਂ ਹੀ ਕੈਨੇਡਾ ਜਾਣ ਦੇ ਰਸਤੇ ਖੋਲ੍ਹਣਗੇ, ਉੱਥੋਂ ਹੀ ਵਪਾਰ ਚੱਲਣਗੇ। ਤਾਂ ਕਿਹਾ ਜਾ ਸਕਦਾ ਕੇਂਦਰ ਸਰਕਾਰ ਨੇ ਇਸ ਵਾਰ ਕਾਨੂੰਨ ਬਣਾ ਤਾਂ ਲਏ ਪਰ ਟੇਢੀ ਖੀਰ ਸਾਬਤ ਹੁੰਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮਿਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।